ਅੱਜ ਅਸੀਂ 8ਵੀਂ ਜਮਾਤ ਦੇ ਸਮਾਜਿਕ ਸਿੱਖਿਆ ਵਿਸ਼ੇ ਦੇ 10ਵੇਂ ਪਾਠ ਨੂੰ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਇਸ ਪਾਠ ਨੂੰ ਅਸੀਂ 5 ਭਾਗਾਂ ਵਿੱਚ ਵੰਡਾਂਗੇ। ਇਸ ਦਾ ਪਹਿਲਾ ਪਾਠ ਹੈ ਜੋ ਉਹ ਹੈ ਵਪਾਰਵਾਦ ਅਤੇ ਵਪਾਰ ਯੁੱਧ। ਦੂਸਰਾ ਪਾਠ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਤੀਸਰਾ ਪਾਠ ਪਲਾਸੀ ਅਤੇ ਬਕਸਰ ਦੀਆਂ ਲੜਾਈਆਂ। ਚੌਥਾ ਭਾਗ ਐਂਗਲੋ ਫਰਾਂਸੀਸੀ ਯੁੱਧ ਅਤੇ ਪੰਜਵਾਂ ਭਾਗ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ। ਸੋ ਅਸੀਂ ਇਸ ਪਾਠ ਨੂੰ ਇਹਨਾਂ 5 ਵੱਖ-ਵੱਖ ਹਿੱਸਿਆਂ ਦੇ ਰਾਹੀਂ ਪੜ੍ਹਾਂਗੇ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਵਪਾਰਵਾਦ ਅਤੇ ਵਪਾਰ ਯੁੱਧ ਦੇ ਨਾਲ ਸੰਬੰਧਿਤ ਹੈ। ਅੱਜ ਅਸੀਂ ਇਹ ਪਹਿਲਾ ਭਾਗ ਹੀ ਕਰਾਂਗੇ। ਇਸ ਦੇ ਲਈ ਅਸੀਂ ਸਿਰਫ ਅੱਜ ਇਸ ਪਾਠ ਦਾ ਪਹਿਲਾ ਪੇਜ ਹੀ ਕਰਨਾ ਹੈ। ਇਹ ਇੱਕ ਪੇਜ ਦੇ ਵਿੱਚ ਬਹੁਤ ਕੁਝ ਇੰਪੋਰਟੈਂਟ ਚੀਜ਼ਾਂ ਨੇ, ਉਹ ਤੁਹਾਨੂੰ ਜਾਣਕਾਰੀ ਹੈ, ਉਹ ਸਾਂਝੀ ਕਰਨੀ ਹੈ ਤੁਹਾਡੇ ਨਾਲ। ਸੋ ਇਸ ਲੈਸਨ ਨੂੰ ਸ਼ੁਰੂ ਕਰੀਏ ਆਪਾਂ। ਮੱਧਕਾਲ ਦੇ ਸਮੇਂ ਭਾਰਤ ਅਤੇ ਯੂਰਪ ਵਪਾਰ ਦੇ ਕੁੱਲ 3 ਰਸਤੇ ਸਨ, ਜਿਨ੍ਹਾਂ ਦੇ ਵਿੱਚ ਇੱਕ ਸਿਲਕ ਰੂਟ ਸੀ, ਦੂਸਰਾ ਅਰੇਬੀਅਨ ਗਲਫ ਦੇ ਰਾਹੀਂ ਵਪਾਰੀ ਸਾਡੇ ਦੇਸ਼ ਤੱਕ ਪਹੁੰਚਦੇ ਸਨ, ਅਤੇ ਤੀਸਰਾ ਮੈਡੀਟਰੇਨੀਅਨ ਸਮੁੰਦਰ ਦੇ ਰਾਹੀਂ, ਸੀ ਦੇ ਰਾਹੀਂ ਸਾਡੇ ਦੇਸ਼ ਤੱਕ ਇਹ ਰਸਤਾ ਸੀ ਜਿਹੜਾ ਉਹ ਪਹੁੰਚਦਾ ਸੀ। ਪਰੰਤੂ 15ਵੀਂ ਸਦੀ ਦੇ ਦੌਰਾਨ ਪੱਛਮੀ ਏਸ਼ੀਆ ਤੇ ਦੱਖਣ ਪੂਰਬੀ ਯੂਰਪ ਦੇ ਪ੍ਰਦੇਸ਼ਾਂ ਦੇ ਵਿੱਚ ਜਿਹੜਾ ਤੁਰਕਾਂ ਦਾ ਸਾਮਰਾਜ ਸਥਾਪਿਤ ਹੋ ਗਿਆ, ਤਾਂ ਇਹ ਰਸਤਾ ਸੀਗਾ ਸਾਰਾ ਇਹ ਬੰਦ ਹੋ ਗਿਆ। ਸੋ ਯੂਰਪ ਨੂੰ ਭਾਰਤ ਦੇ ਵਿੱਚ ਪਹੁੰਚਣ ਦੇ ਵਾਸਤੇ, ਯੂਰਪੀਅਨ ਲੋਕਾਂ ਨੂੰ ਭਾਰਤ ਦੇ ਵਿੱਚ ਪਹੁੰਚਣ ਵਾਸਤੇ ਨਵੇਂ ਰਸਤੇ ਉਹਨਾਂ ਨੂੰ ਲੱਭਣੇ ਪੈਣੇ ਸਨ। ਸੋ ਇਸ ਦੇ ਵਾਸਤੇ ਅਸੀਂ ਇਸ ਪਾਠ ਦੇ ਵਿੱਚ ਅੱਗੇ ਦੇਖ ਰਹੇ ਹਾਂ ਕਿ ਯੂਰਪੀਅਨ ਸਾਡੇ ਦੇਸ਼ ਵਿੱਚ ਕਿਵੇਂ ਪਹੁੰਚਦੇ ਹਨ। ਇਹ 3 ਰਸਤੇ ਜੋ ਬੰਦ ਹੋ ਗਏ, ਉਸ ਤੋਂ ਬਾਅਦ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਯੂਰਪੀਅਨ ਨੇ ਜਿਹੜੇ ਉਹ ਸਾਡੇ ਨਵੇਂ ਰਸਤੇ ਲੱਭ ਕੇ ਸਾਡੇ ਦੇਸ਼ ਵਿੱਚ ਪਹੁੰਚ ਰਹੇ ਨੇ। ਤੇ ਸਭ ਤੋਂ ਪਹਿਲਾਂ ਜਿਹੜਾ ਵਾਸਕੋ ਡੀ ਗਾਮਾ ਨਾਮ ਦਾ ਪੁਰਤਗਾਲੀ ਕਪਤਾਨ ਸੀਗਾ, ਉਹ ਸਾਡੇ ਦੇਸ਼ ਦੇ ਵਿੱਚ ਪਹੁੰਚ ਰਿਹਾ ਹੈ 27 ਮਈ 1498 ਨੂੰ। ਤਾਰੀਖ ਯਾਦ ਰੱਖਣੀ ਹੈ, 27 ਮਈ 1498। ਸੋ ਆਪਾਂ ਵਾਸਕੋ ਡੀ ਗਾਮਾ ਦੇ ਬਾਰੇ ਥੋੜਾ ਜਿਹਾ ਪੜ੍ਹੀਏ। ਇਹ ਉਹ ਸਥਾਨ ਹੈ ਜਿੱਥੇ ਵਾਸਕੋ ਡੀ ਗਾਮਾ ਨੇ ਆਪਣੇ ਕਦਮ ਰੱਖੇ, ਅਤੇ ਇਸ ਸਥਾਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਲਿਖਿਆ ਹੋਇਆ ਹੈ, ਸਥਾਨ ਦਾ ਨਾਮ ਕਪਾਕਾ ਡਾਵੂ। 1498 ਦੇ ਵਿੱਚ ਵਾਸਕੋ ਡੀ ਗਾਮਾ ਇੱਥੇ ਪਹੁੰਚਿਆ। ਇਹ ਉਸ ਦੀ ਯਾਦ ਦੇ ਵਿੱਚ ਸਮਾਰਕ ਬਣਿਆ ਹੋਇਆ ਹੈ, ਅਤੇ ਅੱਜ ਕੱਲ੍ਹ ਇਸ ਦਾ ਨਾਮ ਕਪਾਡ ਹੈ। ਸੋ ਪੁਰਤਗਾਲੀ ਕਪਤਾਨ ਵਾਸਕੋ ਡੇ ਗਾਮਾ 27 ਮਈ 1498 ਨੂੰ ਭਾਰਤ ਵਿੱਚ ਕਾਲੀਕਟ ਵਿਖੇ ਪਹੁੰਚਿਆ। ਇਹ ਆਪਣੀ ਪੁਸਤਕ ਦੇ ਵਿੱਚ ਦਰਜ ਹੈ। ਕਾਲੀਕਟ ਕੇਰਲ ਦਾ ਜ਼ਿਲ੍ਹਾ ਹੈ, ਅਤੇ ਕਪਾਕਾ ਡਾਵੂ ਕਾਲੀਕਟ ਦੇ ਵਿੱਚ ਇੱਕ ਸਥਾਨ ਹੈ ਜਿੱਥੇ ਵਾਸਕੋ ਡੇ ਗਾਮਾ ਪਹੁੰਚਿਆ ਸੀ। ਪਿਆਰੇ ਬੱਚਿਓ, ਇਹ ਨਕਸ਼ੇ ਨੂੰ ਜਰਾ ਧਿਆਨ ਨਾਲ ਦੇਖੋ। ਸੰਸਾਰ ਦਾ ਇਹ ਨਕਸ਼ਾ ਤੁਹਾਨੂੰ ਦਿਖਾ ਰਿਹਾ ਹੈ। ਇਸ ਤਰਫ ਯੂਰਪ ਆ ਗਿਆ, ਇਹ ਰਸਤੇ ਬੰਦ ਹੋ ਗਏ, ਤਾਂ ਇੱਥੋਂ ਭਾਰਤ ਦੇ ਵਿੱਚ ਪਹੁੰਚਣ ਵਾਸਤੇ ਇਹ ਰਸਤੇ ਹੀ ਬਚੇ। ਇੱਥੇ ਤੱਕ ਪਹੁੰਚਣ ਦੇ ਵਾਸਤੇ ਕਿਸੇ ਵੀ ਯੂਰਪੀਅਨ ਦੀ ਖੋਜ ਨਾ ਹੋ ਸਕੀ ਸੀ। ਇਹ ਖੋਜਾਂ ਦਾ ਦੌਰ ਚੱਲ ਰਿਹਾ ਸੀਗਾ। ਇਸ ਸਮੇਂ ਦੇ ਦੌਰਾਨ ਅਮਰੀਕਾ ਦੀ ਖੋਜ ਹੋਈ ਸੀਗੀ 1492 ਦੇ ਵਿੱਚ। ਕੋਲੰਬਸ ਨੇ ਅਮਰੀਕਾ ਨੂੰ ਲੱਭਿਆ, ਤਾਂ ਉਸੇ ਸਮੇਂ ਜਿਹੜਾ ਪੁਰਤਗਾਲੀ ਨੇ ਉਹ ਭਾਰਤ ਨੂੰ ਲੱਭਣ ਦੇ ਵਾਸਤੇ ਚੱਲ ਰਹੇ।
ਪੁਰਤਗਾਲ ਦਾ ਰਾਜਾ ਮੈਨੂਅਲ ਪਹਿਲਾ ਉਸਨੇ ਵਾਸਕੋ ਡੀ ਗਾਮਾ ਨੂੰ ਇਸ ਕੰਮ ਦੇ ਲਈ ਚੁਣਿਆ ਅਤੇ ਉਸਨੂੰ ਜੋ ਵੀ ਜਹਾਜ਼ ਚਾਹੀਦੇ ਨੇ, ਸਾਥੀ ਚਾਹੀਦੇ ਨੇ ਜਾਂ ਜੋ ਵੀ ਸਮਾਨ ਚਾਹੀਦਾ ਹੈ ਉਸ ਦੇ ਵਾਸਤੇ ਪੇਸ਼ਕਸ਼ ਕੀਤੀ ਗਈ ਅਤੇ ਵਾਸਕੋ ਡੀ ਗਾਮਾ ਆਪਣੇ ਸਾਥੀਆਂ ਦੇ ਨਾਲ ਭਾਰਤ ਦੇ ਵੱਲ ਰਵਾਨਾ ਹੋ ਰਿਹਾ ਹੈ। ਇਹ ਅਫਰੀਕਾ ਹੈ ਅਤੇ ਅਫਰੀਕਾ ਦੇ ਉੱਪਰ ਦੀ ਘੁੰਮ ਕੇ ਵਾਸਕੋ ਡੀ ਗਾਮਾ ਸਾਡੇ ਦੇਸ਼ ਪਹੁੰਚਦਾ ਹੈ। ਲਿਸਬਨ ਨਾਮ ਦੀ ਜਿਹੜੀ ਬੰਦਰਗਾਹ ਹੈ ਉੱਥੋਂ ਉਹ 8 ਜੁਲਾਈ 1497 ਨੂੰ ਆਪਣੀ ਯਾਤਰਾ ਸ਼ੁਰੂ ਕਰਦਾ ਹੈ। ਉਸ ਦੇ ਨਾਲ 170 ਵਿਅਕਤੀ ਹਨ ਅਤੇ ਉਸਦੇ ਕੋਲ 4 ਜਹਾਜ਼ ਹਨ। ਆਪਣਾ ਸਫ਼ਰ ਤੈਅ ਕਰਨ ਦੇ ਲਈ ਉਹ ਇੱਥੋਂ ਚੱਲਦਾ ਹੈ 8 ਜੁਲਾਈ 1497 ਨੂੰ। ਅਫਰੀਕਾ ਦਾ ਇਹ ਰਸਤਾ ਹੈ ਜਿਹੜਾ ਇਸ ਤਰਫ ਨੂੰ ਕੋਈ ਨਹੀਂ ਆਇਆ। ਜੇ ਕੋਈ ਜਾਂਦਾ ਸੀ ਤਾਂ ਉਹ ਦੁਬਾਰਾ ਵਾਪਸ ਨਹੀਂ ਗਿਆ। ਸੋ ਇਹ ਰਸਤਾ ਬਹੁਤ ਖਤਰਨਾਕ ਰਸਤਾ ਗਿਣਿਆ ਜਾਂਦਾ ਸੀ। ਵਾਸਕੋ ਡੀ ਗਾਮਾ ਨੇ ਇੱਕ ਹਿੰਮਤ ਜਤਾਈ, ਹੌਸਲਾ ਰੱਖਿਆ ਅਤੇ ਭਾਰਤ ਦੇ ਵੱਲ ਨੂੰ ਉਹ ਵਪਾਰ ਦੇ ਲਈ ਵਧਿਆ। ਸੋ ਇੱਥੋਂ ਚੱਲ ਕੇ 8 ਜੁਲਾਈ 1497 ਨੂੰ ਚੱਲ ਕੇ ਉਹ ਅਫਰੀਕਾ ਨੂੰ ਕ੍ਰਾਸ ਕਰਦਾ ਹੋਇਆ ਕ੍ਰਿਸਮਸ ਦੇ ਦਿਨ ਪੋਰਟ ਨਟਾਲ ਦੇ ਕੋਲੇ ਪਹੁੰਚ ਰਿਹਾ ਹੈ। ਕ੍ਰਿਸਮਸ ਦੇ ਦਿਨ ਪੋਰਟ ਨਟਾਲ, ਇਸ ਦਾ ਨਾਮ ਵੀ ਉਸਨੇ ਕ੍ਰਿਸਮਸ ਦੇ ਤੌਰ ਦੇ ਉੱਤੇ ਹੀ ਰੱਖਿਆ ਹੈ। ਨਟਾਲ ਜੋ ਸ਼ਬਦ ਹੈ ਇਹ ਪੁਰਤਗਾਲੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਕ੍ਰਿਸਮਸ। ਸੋ ਇਸ ਤੋਂ ਬਾਅਦ ਦੇ ਵਿੱਚ ਉਹ ਅੱਗੇ ਚੱਲ ਕੇ ਸਾਡੇ ਦੇਸ਼ ਭਾਰਤ ਦੇ ਵਿੱਚ ਪਹੁੰਚ ਰਿਹਾ ਹੈ 27 ਮਈ 1498। ਇੱਥੇ ਤੱਕ ਪਹੁੰਚਣ ਦੇ ਲਈ ਉਸਨੂੰ 10 ਮਹੀਨੇ 15 ਦਿਨ ਦਾ ਸਫ਼ਰ ਸੀਗਾ ਜਿਹੜਾ ਉਹ ਤੈਅ ਕਰਨਾ ਪਿਆ ਅਤੇ 10,000 ਕਿਲੋਮੀਟਰ ਦਾ ਸਫ਼ਰ ਸੀਗਾ ਜਿਹੜਾ ਉਹ ਆਪਣੇ ਜਹਾਜ਼ਾਂ ਦੇ ਰਾਹੀਂ ਤੈਅ ਕਰਕੇ ਆਇਆ। ਵਾਪਸੀ ਦੇ ਸਮੇਂ ਉਸਨੇ ਅਗਸਤ ਦੇ ਆਖੀਰ ਦੇ ਵਿੱਚ ਉਹ ਇੱਥੋਂ ਵਾਪਸੀ ਕਰ ਰਿਹਾ ਹੈਗਾ। 29 ਅਗਸਤ 1498 ਨੂੰ ਉਹ ਵਾਪਸ ਹੋ ਰਿਹਾ ਹੈ ਤਾਂ ਆਪਣੇ ਨਾਲ ਉਹ 3 ਜਹਾਜ਼ ਲੈ ਕੇ ਵਾਪਸ ਹੋ ਰਿਹਾ ਹੈ। ਇੱਥੋਂ 4 ਚੱਲੇ ਸਨ ਪਰੰਤੂ ਇੱਥੋਂ ਉਹ ਵਾਪਸ 3 ਲੈ ਕੇ ਜਾ ਰਿਹਾ ਹੈ। ਤਾਂ ਰਸਤੇ ਦੇ ਵਿੱਚ ਅੱਗੇ ਜਾ ਕੇ ਉਹ ਫਿਰ ਜਿਹੜਾ ਜਦੋਂ ਭਾਰਤ ਨੂੰ ਵਾਪਸ ਆ ਰਿਹਾ ਸੀਗਾ, ਭਾਰਤ ਵੱਲ ਨੂੰ ਆ ਰਿਹਾ ਸੀਗਾ ਤਾਂ ਇੱਥੇ ਮੌਨਸੂਨ ਆ ਰਹੀ ਸੀ ਤਾਂ ਉਸਨੂੰ ਜਿਹੜੀਆਂ ਹਵਾਵਾਂ ਸਨ ਉਸ ਦੇ ਵਾਸਤੇ ਸਹਾਇਕ ਹੋਈਆਂ, ਪਰੰਤੂ ਵਾਪਸੀ ਦੇ ਸਮੇਂ ਉਹ ਹਵਾਵਾਂ ਉਸਦੇ ਉਲਟ ਦਿਸ਼ਾ ਵਿੱਚ ਸਨ। ਸੋ ਉਸਦੇ ਜਿਹੜੇ ਸਾਥੀ ਸੀਗੇ ਉਹ ਪਰੇਸ਼ਾਨ ਹੋ ਗਏ ਅਤੇ ਉਹਨਾਂ ਨੂੰ ਇਹ ਪਰੇਸ਼ਾਨੀ ਸੀ ਜਿਹੜੀ ਉਹ ਬਹੁਤ ਜ਼ਿਆਦਾ ਝੱਲਣੀ ਪਈ ਅਤੇ ਵਾਪਸ ਪੁਰਤਗਾਲ ਪਹੁੰਚਣ ਦੇ ਤੱਕ ਉਸਦਾ ਜਿਹੜਾ ਰਸਤਾ ਸੀਗਾ ਲੰਬਾ ਹੋ ਗਿਆ ਤੇ ਉਸਦੇ ਕੋਲੇ ਸਿਰਫ 2 ਜਹਾਜ਼ ਹੀ ਬਚੇ। ਇੱਕ ਜਹਾਜ਼ ਉਹਨਾਂ ਨੂੰ ਨਸ਼ਟ ਕਰਨਾ ਪਿਆ। ਸੋ ਇਹ ਸੀਗਾ ਸਾਡੇ ਕੋਲੇ ਵਾਸਕੋ ਡੀ ਗਾਮਾ ਦਾ ਸਫ਼ਰ। ਆਓ ਹੁਣ ਅਸੀਂ ਜਾਣੀਏ ਭਾਰਤ ਵਿੱਚ ਵਿਦੇਸ਼ੀ ਬਸਤੀਆਂ ਕਿਹੜੀਆਂ-ਕਿਹੜੀਆਂ ਬਣੀਆਂ। ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪੁਰਤਗਾਲੀ ਆਏ, ਫਿਰ ਭਾਰਤ ਵਿੱਚ ਡੱਚ ਆਏ, ਉਸ ਤੋਂ ਬਾਅਦ ਦੇ ਵਿੱਚ ਭਾਰਤ ਦੇ ਵਿੱਚ ਅੰਗਰੇਜ਼ ਆ ਰਹੇ ਹਨ, ਫਰਾਂਸੀਸੀ ਆ ਰਹੇ ਹਨ, ਦਮਨ, ਦਿਊ, ਬਾਸੀਨ, ਸਾਲਸੈਟ, ਮੁੰਬਈ, ਸੈਂਟ ਟੌਮ, ਗੋਆ, ਕਾਲੀਕਟ, ਹੁਗਲੀ, ਕੋਚੀਨ, ਸੂਰਤ, ਨਾਗਾਪਟਮ, ਪੁਲੀਕਟ, ਚਿਨਸੁਰਾ ਅਤੇ ਉਸ ਤੋਂ ਬਾਅਦ ਦੇ ਵਿੱਚ ਫਰਾਂਸੀਸੀ ਦੀਆਂ ਸਨ ਪਾਂਡੀਚਰੀ, ਚੰਦਨ ਨਗਰ, ਕਾਰੀਕਲ, ਅੰਗਰੇਜ਼ਾਂ ਦੀਆਂ ਸੂਰਤ, ਬੜੌਚ, ਬੰਬਈ, ਕਲਕੱਤਾ। ਸੋ ਬੱਚਿਓ ਹੁਣ ਇਹਨਾਂ ਸਾਰੀਆਂ ਬਸਤੀਆਂ ਨੂੰ ਆਪਾਂ ਨਕਸ਼ੇ ਦੇ ਉੱਤੇ ਡਰਾ ਕਰਾਂਗੇ। ਸੋ ਤੁਹਾਨੂੰ ਸਾਰਿਆਂ ਨੂੰ ਹੁਣ ਇੱਕ ਖਾਲੀ ਨਕਸ਼ਾ ਭਾਰਤ ਦਾ ਲੈ ਕੇ ਆਪਣੇ ਕੋਲ ਰੱਖਣਾ ਹੋਏਗਾ। ਉਸ ਦੀ ਮਦਦ ਦੇ ਨਾਲ ਇਹ ਸਾਰੀਆਂ ਬਸਤੀਆਂ ਨੂੰ ਤੁਸੀਂ ਸਮਝ ਸਕਦੇ ਹੋ। ਸੋ ਆਓ ਸ਼ੁਰੂ ਕਰੀਏ। ਅਸੀਂ ਸਭ ਤੋਂ ਪਹਿਲਾਂ ਅਸੀਂ ਪੁਰਤਗਾਲੀਆਂ ਦੀਆਂ ਬਸਤੀਆਂ ਦੇ ਬਾਰੇ ਪੜ੍ਹ ਰਹੇ ਹਾਂ। ਇਹ ਅਸੀਂ ਸ਼ੁਰੂ ਕਰ ਰਹੇ ਹਾਂ ਅਸੀਂ ਦਿਊ ਤੋਂ। ਕਾਲੀਕਟ ਪਹਿਲਾਂ ਪਹੁੰਚੇ ਨੇ ਉਹ, ਪਰੰਤੂ ਅਸੀਂ ਦਿਊ ਤੋਂ ਸ਼ੁਰੂ ਕਰ ਰਹੇ ਹਾਂਗੇ। ਦਿਊ ਨੂੰ ਪਛਾਣਨ ਦੇ ਲਈ ਅਸੀਂ ਇਹ ਜੋ ਗੁਜਰਾਤ ਦਾ ਨੀਚੇ ਵਾਲਾ ਹਿੱਸਾ ਹੈ ਇਸ ਦੇ ਕੋਲੇ ਅਸੀਂ ਇਹ ਪੁਆਇੰਟ ਲਗਾਇਆ ਹੈ, ਇਹ ਦਿਊ ਹੈ। ਇਸ ਤੋਂ ਅੱਗੇ ਦਮਨ।
ਇਸ ਦੇ ਬਿਲਕੁਲ ਸਾਹਮਣੇ ਤੋਂ ਥੋੜਾ ਜਿਹਾ ਨੀਚੇ ਜਿੱਥੇ ਗੁਲਾਈ ਬਣਦੀ ਹੈ ਉੱਥੇ ਦਮਨ ਆ ਗਿਆ। ਅੱਗੇ ਉਸ ਤੋਂ ਨੀਚੇ ਬਾਸੀਨ ਤੇ ਅੱਜ ਕੱਲ੍ਹ ਇਸ ਦਾ ਨਾਮ ਬਸਾਈ ਹੈ। ਫਿਰ ਸੈਂਟ ਟॉम, ਮੁੰਬਈ ਦੇ ਨਾਲ ਸੈਂਟ ਟॉम ਹੈ ਇਹ ਜਗ੍ਹਾ, ਬਾਸੀਨ ਦੇ ਨੀਚੇ ਹੈ। ਅਤੇ ਫਿਰ ਗੋਆ ਨੂੰ ਲੱਭਣ ਵਾਸਤੇ ਸਾਨੂੰ ਇਹ ਗੁਲਾਈ ਦੇਖਣੀ ਹੋਏਗੀ, ਇਸ ਦੀ ਬਿਲਕੁਲ ਸੇਧ ਦੇ ਵਿੱਚ ਗੋਆ। ਅੱਗੇ ਕਾਲੀਕਟ ਦੇ ਵਾਸਤੇ ਸਾਨੂੰ ਇਸ ਸਥਾਨ ਤੋਂ ਉੱਪਰ ਇਹ ਜਿੱਥੇ ਗੁਲਾਈ ਅੰਦਰ ਨੂੰ ਹੋ ਰਹੀ ਹੈ ਇਸ ਦੇ ਬਿਲਕੁਲ ਸੇਧ ਦੇ ਵਿੱਚ ਕਾਲੀਕਟ, ਜਿਸ ਦਾ ਅੱਜ ਕੱਲ੍ਹ ਨਾਮ ਕੋਜ਼ੀਕੋਡ ਹੈ। ਸੋ ਇਹ ਸਾਰੀਆਂ ਬਸਤੀਆਂ ਨੇ ਜਿਹੜੀਆਂ ਇਹ ਭਾਰਤ ਦੇ ਪੱਛਮ ਵਾਲੇ ਪਾਸੇ ਹਨ। ਅਤੇ ਇੱਕ ਇਹਨਾਂ ਦੀ ਬਸਤੀ ਹੈ ਉਹ ਹੈ ਹੁਗਲੀ। ਇਹ ਫਰਾਂਸੀਸੀਆਂ ਦੀਆਂ ਬਸਤੀਆਂ ਅਸੀਂ ਪੜ੍ਹ ਰਹੇ ਹਾਂ। ਹੁਗਲੀ ਦਾ ਸਥਾਨ ਜੋ ਹੈ ਇਹ ਕਰਮ ਜਿੱਥੇ ਬਣ ਰਹੀ ਹੈ ਉਸ ਤੋਂ ਥੋੜਾ ਜਿਹਾ ਉੱਪਰ ਜਾ ਕੇ ਹੁਗਲੀ ਸਥਾਨ, ਇਹ ਫਰਾਂਸੀਸੀਆਂ ਦੀਆਂ ਪੁਰਤਗਾਲੀਆਂ ਦੀਆਂ ਬਸਤੀਆਂ ਸਨ। ਇਸ ਤੋਂ ਅੱਗੇ ਅਸੀਂ ਡੱਚ ਦੀਆਂ ਬਸਤੀਆਂ ਕਰ ਰਹੇ ਹਾਂ। ਡੱਚ ਦੀ ਬਸਤੀ ਹੈ ਜਿਹੜੀ ਉਹ ਪਹਿਲੀ ਹੈ ਸੂਰਤ, ਦਮਨ ਤੋਂ ਉੱਪਰ ਹੈ ਸੂਰਤ। ਉਸ ਤੋਂ ਅੱਗੇ ਕੋਚੀਨ ਇਹ ਸ਼੍ਰੀਲੰਕਾ ਦਾ ਜਿਹੜਾ ਇਹ ਸੇਧ ਹੈ ਇਸ ਤੋਂ ਬਿਲਕੁਲ ਸਾਹਮਣੇ ਕੋਚੀਨ। ਨੈਕਸਟ ਹੈ ਸਾਡੇ ਕੋਲੇ ਪੁਲੀਕਟ ਦੇ ਵਾਸਤੇ ਅਸੀਂ ਇਹ ਗੁਲਾਈ ਦੇਖ ਰਹੇ ਹਾਂ, ਇਸ ਦੇ ਬਿਲਕੁਲ ਇਹ ਜਿੱਥੇ ਬਣ ਰਿਹਾ ਸਥਾਨ ਇੱਥੇ ਪੁਲੀਕਟ। ਅਤੇ ਚਿਨਸੁਰਾ ਹੁਗਲੀ ਤੋਂ ਉੱਪਰ ਇਹ ਅਸੀਂ ਬੰਗਲਾਦੇਸ਼ ਦੇਖ ਰਹੇ ਹਾਂ। ਬੰਗਲਾਦੇਸ਼ ਤੋਂ ਲਗਭਗ ਇੱਥੋਂ ਅੱਧ ਦੇ ਵਿੱਚ ਹੈ, ਇਸ ਦੀ ਸੇਧ ਦੇ ਵਿੱਚ ਇਸ ਦੇ ਨੀਚੇ ਚਿਨਸੁਰਾ। ਅਤੇ ਅੱਗੇ ਅਸੀਂ ਫਰਾਂਸੀਸੀਆਂ ਦੀਆਂ ਕਰ ਰਹੇ ਹਾਂ ਬਸਤੀਆਂ। ਫਰਾਂਸੀਸੀਆਂ ਦੀਆਂ ਬਸਤੀਆਂ ਦੇ ਵਿੱਚ ਚੰਦਨ ਨਗਰ ਆ ਜਾਂਦਾ ਜੀ। ਫਰਾਂਸੀਸੀਆਂ ਦੀਆਂ ਬਸਤੀਆਂ ਨੇ ਜਿਹੜੀਆਂ ਉਹ ਤਿੰਨੋਂ ਹੀ ਪੂਰਬੀ ਤੱਟ ਵਾਲੇ ਪਾਸੇ ਨੇ। ਸਭ ਤੋਂ ਪਹਿਲਾਂ ਅਸੀਂ ਕਰ ਰਹੇ ਹਾਂ ਚੰਦਨ ਨਗਰ ਚਿਨਸੁਰਾ ਦੇ ਥੱਲੇ। ਅੱਗੇ ਆ ਗਿਆ ਪੌਂਡੀਚੇਰੀ ਅਤੇ ਕਾਰੀਕਲ। ਨਾਗਾਪਟਮ ਤੇ ਕਾਰੀਕਲ ਬਿਲਕੁਲ ਨੇੜੇ ਨੇ। ਅਤੇ ਆ ਜਿੱਥੇ ਗੁਲਾਈ ਪੂਰੀ ਮੁੜ ਰਹੀ ਹੈ ਇੱਥੇ ਪੌਂਡੀਚੇਰੀ। ਸੋ ਇਹ ਸੀਗੀਆਂ ਫਰਾਂਸੀਸੀਆਂ ਦੀਆਂ ਬਸਤੀਆਂ। ਇਸ ਤੋਂ ਬਾਅਦ ਦੇ ਵਿੱਚ ਅਸੀਂ ਕਰ ਰਹੇ ਹਾਂ ਅੰਗਰੇਜ਼ਾਂ ਦੀਆਂ। ਇਹਦੇ ਵਾਸਤੇ ਸਿਰਫ ਅਸੀਂ 3 ਬਸਤੀਆਂ ਕਰ ਰਹੇ ਹਾਂ। ਸੂਰਤ ਅਸੀਂ ਪਹਿਲਾਂ ਕਰ ਚੁੱਕੇ ਹਾਂ। ਡੱਚਾਂ ਦੀ ਬਸਤੀ ਵੀ ਸੀ ਇਹ ਸੂਰਤ, ਅਤੇ ਅੰਗਰੇਜ਼ਾਂ ਦੀ ਬਸਤੀ ਵੀ ਸੀ। ਸੈਕਿੰਡ ਹੈ ਸਾਡੇ ਕੋਲੇ ਮੁੰਬਈ। ਇਹ ਬਾਸੀਨ, ਸੈਂਟ ਟॉम, ਇਸ ਦੇ ਨਾਲ ਹੀ ਇਸ ਦੇ ਨੀਚੇ ਬੰਬਈ। ਇਸ ਨੂੰ ਮੁੰਬਈ ਵੀ ਕਿਹਾ ਜਾਂਦਾ ਸੀ ਅਤੇ ਹੁਣ ਇਸ ਦਾ ਨਾਮ ਮੁੰਬਈ ਹੈ। ਸੋ ਪਹਿਲਾਂ ਇਸ ਦਾ ਨਾਮ ਬੰਬਈ ਰਿਹਾ। ਅੱਗੇ ਹੈ ਕਲਕੱਤਾ। ਇਹ ਪੁਆਇੰਟ ਹੈ ਜੋ ਇਹ ਹੁਣ ਅਸੀਂ ਦੇਖ ਰਹੇ ਹਾਂ ਚਾਰੇ ਬਸਤੀਆਂ ਚਾਰੋਂ ਦੀਆਂ ਨੇ। ਹੁਗਲੀ ਸਾਡੇ ਕੋਲੇ ਪੁਰਤਗਾਲੀਆਂ ਦੀ ਬਸਤੀ ਆ ਗਈ, ਡੱਚਾਂ ਦੀ ਚਿਨਸੁਰਾ, ਚੰਦਨ ਨਗਰ ਅਤੇ ਕਲਕੱਤਾ ਅੰਗਰੇਜ਼ਾਂ ਦੀ। ਇਹ ਫਰਾਂਸੀਸੀ, ਅੰਗਰੇਜ਼, ਇਹ ਚਾਰੋਂ ਬਸਤੀਆਂ ਬਿਲਕੁਲ ਨੇੜੇ। ਸੋ ਇਹ ਨਕਸ਼ਾ ਤੁਸੀਂ ਦੇਖ ਰਹੇ ਹੋ। ਇੱਥੇ ਉਹ ਨਕਸ਼ੇ ਦੇ ਉੱਤੇ ਪ੍ਰੈਕਟਿਸ ਕਰਨ ਤੋਂ ਬਾਅਦ ਵਿੱਚ ਤੁਸੀਂ ਇਸ ਨਕਸ਼ੇ ਨੂੰ ਵੀ ਸਮਝ ਪਾਓਗੇ। ਸੋ ਇਹ ਸਾਡਾ ਅੱਜ ਦਾ ਜਿਹੜਾ ਟੌਪਿਕ ਸੀਗਾ ਉਸ ਦੇ ਵਿੱਚ ਅਸੀਂ ਪੜ੍ਹਿਆ ਕਿ ਪੁਰਤਗਾਲੀਆਂ ਦੀਆਂ ਮੁੱਖ ਬਸਤੀਆਂ ਗੋਆ, ਦਮਨ, ਸਾਲਸੈਟ, ਬਾਸੀਨ, ਮੁੰਬਈ, ਸੈਂਟ ਟॉम, ਹੁਗਲੀ। ਡੱਚਾਂ ਦੀਆਂ ਕੋਚੀਨ, ਸੂਰਤ, ਨਾਗਾਪਟਮ, ਪੁਲੀਕਟ, ਚਿਨਸੁਰਾ। ਅੰਗਰੇਜ਼ਾਂ ਦੀਆਂ ਸੂਰਤ, ਅਹਿਮਦਾਬਾਦ, ਬੜੌਚ, ਆਗਰਾ। ਇਹ ਬਸਤੀਆਂ ਮੈਂ ਨਕਸ਼ੇ ਵਿੱਚ ਨਹੀਂ ਦਿਖਾਈਆਂ, ਬੰਬਈ ਅਤੇ ਕਲਕੱਤਾ ਸੀ। ਫਰਾਂਸੀਸੀਆਂ ਦੀਆਂ ਬਸਤੀਆਂ ਪੌਂਡੀਚੇਰੀ, ਚੰਦਨ ਨਗਰ ਤੇ ਕਾਰੀਕਲ ਸੀ। ਸੋ ਇਹ ਸਾਰੀਆਂ ਬਸਤੀਆਂ ਆਪਾਂ ਨਕਸ਼ੇ ਦੇ ਉੱਤੇ ਪ੍ਰੈਕਟਿਸ ਕਰਨੀ ਹੈ। ਅਤੇ ਉਸ ਤੋਂ ਬਾਅਦ ਦੇ ਵਿੱਚ ਕੀ ਹੋ ਰਿਹਾ, 17ਵੀਂ ਸਦੀ ਦੇ ਅੰਤ ਤੱਕ ਜਿਹੜੇ ਪੁਰਤਗਾਲ ਸੀ ਅਤੇ ਡੱਚ ਸੀਗੇ ਉਹਨਾਂ ਦਾ ਸਾਡੇ ਦੇਸ਼ ਤੋਂ ਪ੍ਰਭਾਵ ਘਟਦਾ ਗਿਆ। ਅਤੇ ਬਾਅਦ ਦੇ ਵਿੱਚ ਅੰਗਰੇਜ਼ ਅਤੇ ਫਰਾਂਸੀਸੀਆਂ ਦੇ ਵਿਚਕਾਰ ਸੰਘਰਸ਼ ਹੁੰਦਾ ਰਿਹਾ। ਉਸ ਦੇ ਵਿੱਚ ਫਰਾਂਸੀਸੀ ਵੀ ਸਾਡਾ ਦੇਸ਼ ਛੱਡ ਗਏ ਅਤੇ ਅਖੀਰ ਨੂੰ ਜਿਹੜੇ ਅੰਗਰੇਜ਼ ਸੀਗੇ ਉਹ ਸਾਡੇ ਦੇਸ਼ ਉੱਤੇ ਕਾਬਜ਼ ਹੁੰਦੇ ਗਏ। ਸੋ ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਨੇ ਪੜ੍ਹਿਆ ਹੈ ਪਹਿਲਾ ਭਾਗ ਵਪਾਰਵਾਦ ਅਤੇ ਵਪਾਰੀ। ਸੋ ਅੱਜ ਦੇ ਇਸ ਲੈਸਨ ਦੇ ਵਿੱਚ ਇੰਨਾ ਹੀ ਕਾਫੀ ਸੀ। ਨਕਸ਼ੇ ਉੱਪਰ ਇਹ ਸਾਰੇ ਸਥਾਨਾਂ ਨੂੰ ਤੁਸੀਂ ਭਰ ਕੇ ਵੇਖਣਾ ਹੈ
ਅਤੇ ਇਹਨਾਂ ਦੀ ਪ੍ਰੈਕਟਿਸ ਕਰਨੀ ਹੈ। ਮੈਨੂੰ ਉਮੀਦ ਹੈ, ਆਸ ਹੈ ਕਿ ਤੁਹਾਨੂੰ ਇਹ ਸਾਰਾ ਅੱਜ ਦਾ ਜੋ ਭਾਗ ਹੈ ਸਾਡੇ 10ਵੇਂ ਪਾਠ ਦਾ ਉਹ ਤੁਹਾਨੂੰ ਸਮਝ ਆ ਗਿਆ ਹੋਵੇਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲਾ ਜਿਹੜਾ ਇਸ ਦਾ ਭਾਗ ਹੈ ਉਹ ਆਪਾਂ ਜਲਦੀ ਹੀ ਕਰਾਂਗੇ। ਧੰਨਵਾਦ।